मोदी तू जरा जोर लाना ला लै, असीं संसद जावांगे, संसद घेरांगे। आ खालसा पंथ खड़ा है, सानू लिख के दिओ, असीं मूहरे घोड़ियां चढ़ के मोदी नूं फड़ांगे जाके। वो मरे तां पए, असीं मरे होए आ, सानू सरकार ने पहले ही मारता। होर तुसीं की चाहुंदे हो? ਇਹ ਲਾਸ਼ਾਂ ਨੇ ਜਿਹੜੀਆਂ ਇੱਥੇ बोलदियां ने, आ लाशां ही तुरियां फिरदियां ने ਇੱਥੇ ਐ ਵੀ ਮਰੀ ਜਾਣਾ ਹੈ। ਕਿਉਂ ਡਰਦੇ ਹੋ ਮਰਨ ਤੋਂ? ਅਸੀਂ ਦਿੱਲੀ ਚਾਹਣਾ, ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਮੈਂ ਮੂਰੇ ਲੱਗੂੰਗਾ, ਸ਼ਹੀਦੀ ਮੈਂ ਦੇਵਾਂਗਾ। ਵੀ ਦਿੱਲੀ ਦਾ ਪ੍ਰੋਗਰਾਮ ਦਿਓ। ਮੈਂ ਦਾਅਵੇ ਨਾਲ ਕਹਿਣਾ 1 ਮਹੀਨੇ ਤੋਂ ਪਹਿਲਾਂ ਜੇ ਤੁਹਾਡਾ ਮੋਰਚਾ ਹੱਲ ਨਾ ਹੋਇਆ ਤਾਂ ਮੈਨੂੰ ਨੀਵੇਂ ਥਾਵੇਂ ਕਢਾ ਦਿਓ। ਜਿਹਦੀ ਜ਼ੁਬਾਨ ਨਹੀਂ ਉਹ ਕੋਈ ਮਰਦ ਨਹੀਂ ਹੈਗਾ। ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ। ਤੁਸੀਂ ਵਧਾਈ ਦੇ ਪਾਤਰ ਵੀ ਹੋ, ਕਿਉਂਕਿ ਇਹ ਮੋਰਚੇ 3 ਬਿੱਲ ਰੱਦ ਕਰਾਉਣ ਵਾਸਤੇ ਲੱਗੇ ਹੋਏ ਨੇ ਕਿ ਜਿਹੜੇ ਮੋਦੀ ਸਰਕਾਰ ਨੇ, ਭਾਰਤ ਦੀ ਹਕੂਮਤ ਨੇ ਕਿਸਾਨਾਂ ਨੂੰ ਖਤਮ ਕਰਨ ਵਾਸਤੇ, ਮਜ਼ਦੂਰਾਂ ਨੂੰ ਖਤਮ ਕਰਨ ਵਾਸਤੇ ਬਿੱਲ ਲਾਗੂ ਕਰ ਦਿੱਤੇ, ਕਾਨੂੰਨ ਬਣਾ ਦਿੱਤੇ। ਉਹਨਾਂ ਨੂੰ ਰੱਦ ਕਰਾਉਣ ਵਾਸਤੇ ਆਪਾਂ ਬੈਠੇ ਆ। ਸਾਡਾ ਸੰਯੁਕਤ ਮੋਰਚਾ ਜੋ ਵੀ ਪ੍ਰੋਗਰਾਮ ਦਿੰਦਾ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਦਾ ਸਾਥ ਦਿੰਨੇ ਆ। ਮੈਂ ਕੱਲ ਦੀ ਗੱਲ ਤੁਹਾਨੂੰ ਦੁਹਰਾਉਣ ਲੱਗਿਆ ਕਿ 2 ਦਿਨਾਂ ਦੀ ਜਿਹੜੀ ਕਨਵੈਨਸ਼ਨ ਸੀ, ਰਾਸ਼ਟਰੀ ਕਨਵੈਨਸ਼ਨ, ਪੂਰੇ ਭਾਰਤ ਦੇ ਲੋਕ ਕਿਸਾਨ ਸੰਗਠਨ ਇੱਥੇ ਆਏ ਸੀਗੇ, ਉਹਨਾਂ ਨੂੰ ਬੁਲਾਇਆ ਗਿਆ ਸੀਗਾ। ਬੋਲੇ ਨੇ ਆਪੋ ਆਪਣੇ ਵਿਚਾਰ, ਹਰੇਕ ਨੂੰ ਦੇਣ ਦਾ ਅਧਿਕਾਰ ਹੈ। ਪਰ ਕੱਲ ਦੀ ਘਟਨਾ, ਕੱਲ ਦਾ ਰੌਲਾ ਪਿਆ, ਇਹ ਸਾਨੂੰ ਕਹਿੰਦੇ ਨਿਹੰਗ ਸਿੰਘ ਮੋਰਚੇ ਨੂੰ ਢਾਹ ਲਾ ਰਹੇ ਐ। ਇੱਥੇ ਲੌਸਮੈਂਟਾਂ ਹੁੰਦੀਆਂ ਨੇ ਕਿ ਨਿਹੰਗ ਸਿੰਘ ਜਿਹੜਾ ਹੈ ਉਹ ਰੌਲਾ ਪਾਉਂਦੇ ਆ, ਵਧੀਕੀਆਂ ਕਰਦੇ ਨੇ। ਕੌਣ ਵਧੀਕੀਆਂ ਕਰਦਾ? ਮੈਂ ਬੇਨਤੀ ਕਰਨਾ ਚਾਹੁੰਦਾ ਹੈ, ਕੱਲ ਇੱਥੇ ਕਾਮ ਰੇਡ ਲਾਣਾ ਉਹ ਭਾਰੂ ਰਿਹਾ ਸਟੇਜ ਦੇ ਉੱਤੇ। ਸੰਯੁਕਤ ਮੋਰਚੇ ਵਾਲੇ ਸਾਡੇ ਆਗੂ ਖੜੇ ਨੇ, ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ, ਇਹ ਵੀ ਮੇਰੇ ਕੋਲੇ ਬੈਠੇ ਸੀ। ਹੋਰ ਵੀ ਜੋ ਨੁਮਾਇੰਦੇ ਨੂੰ ਬੈਠੇ ਸੀ, ਬਾਰ-ਬਾਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਵੀ ਬੋਲਣ ਦਾ ਟਾਈਮ ਦਿੱਤਾ ਜਾਊਗਾ, ਤੁਹਾਨੂੰ ਵੀ ਬੁਲਾਇਆ ਜਾਊਗਾ। ਇੱਥੇ ਬਾਮ ਸੇਫ ਦੇ ਪ੍ਰਧਾਨ ਸੁਰੇਸ਼ ਵਰਮਾ ਜੀ, ਜੋ ਰਾਸ਼ਟਰੀ ਦਾ ਪ੍ਰਧਾਨ ਆਲ ਇੰਡੀਆ ਦੇ, ਉਹ ਵੀ ਆਏ ਸੀਗੇ ਬੋਲਣ ਵਾਸਤੇ। ਅਤੇ ਗੁਰਮੁਖ ਪਿਆਰਿਓ, ਜਦੋਂ ਲਾਸਟ ਬੁਲਾਰਾ ਬੋਲਿਆ, ਇਹਨਾਂ ਨੇ ਫੇਰ ਵੀ ਕਿਹਾ ਤੁਹਾਨੂੰ ਇਹਨਾਂ ਤੋਂ ਬਾਅਦ ਬੁਲਾਇਆ ਜਾਊਗਾ। ਤੁਸੀਂ ਦੇਖਿਆ, ਤੁਸੀਂ ਇੱਥੇ ਮੌਜੂਦ ਸੀ। ਫਿਰ ਇਹਨਾਂ ਨੇ ਕੀ ਕੀਤਾ? ਕਹਿੰਦੇ ਇਹਨਾਂ ਨੂੰ ਬੋਲਣ ਨਹੀਂ ਦੇਣਾ, ਇਸ਼ਾਰਿਆਂ ਦੇ ਨਾਲ ਆ ਮੈਕ ਖੋਲ ਕੇ ਲੈ ਗਏ ਇੱਥੋਂ। ਤੁਹਾਡੇ ਸਾਹਮਣੇ ਖੋਲਿਆ ਨਾ ਮੈਕ, ਫਿਰ ਗੁੱਸਾ ਤਾਂ ਆਉਣਾ ਹੀ ਸੀਗਾ। ਅਸੀਂ ਦਿਨ ਰਾਤ ਬੈਠੇ ਇੱਥੇ ਸੇਵਾਵਾਂ ਕਰਦੇ ਆਂ ਤੇ ਸਾਨੂੰ ਇੱਥੇ ਬੋਲਣ ਦਾ ਅਧਿਕਾਰ ਨਹੀਂ ਹੈਗਾ। ਅਸੀਂ ਆਪਣਾ ਮਸਲਾ, ਆਪਣਾ ਵਿਚਾਰ ਨਹੀਂ ਦੱਸ ਸਕਦੇ। 2 ਦਿਨ ਹੋ ਗਏ ਗੁਰਮੁਖੋ, ਸਾਡੇ ਗੱਲ ਚੱਲ ਰਹੀ ਸੀਗੀ ਕਿ ਇਹ ਮੋਰਚੇ ਨੂੰ ਕਿਸ ਤਰ੍ਹਾਂ ਹੋਰ ਬੁਲੰਦੀਆਂ ਤੇ ਲਿਜਾਇਆ ਜਾਵੇ, ਇਹਦੇ ਨਾਲ ਭਾਰਤ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜੋੜਿਆ ਜਾਵੇ। ਪਿਛਲੇ ਸਮੇਂ ਦੇ ਵਿੱਚ ਜੋ ਹਿੰਦੁਸਤਾਨ, ਭਾਰਤ ਦੇ ਵਿੱਚ, ਹਿੰਦੁਸਤਾਨੀ ਭਾਰਤ ਦੇ ਵਿੱਚ 25 ਕਰੋੜ ਮੁਸਲਮਾਨਾਂ ਦੀ ਨੁਮਾਇੰਦਗੀ ਸਾਡੇ ਸਤਿਕਾਰਯੋਗ ਮੌਲਾਨਾ ਸੈਯਦ ਨੁਮਾਨੀ ਜੀ ਕਰ ਰਹੇ ਨੇ। ਉਹ ਵੀ ਸਟੇਜ ਦੇ ਉੱਤੇ ਆ ਕੇ ਕਿਸਾਨ ਮੋਰਚੇ ਦੀ ਹਮਾਇਤ ਕਰਕੇ ਗਏ ਨੇ। 25 ਕਰੋੜ ਮੁਸਲਮਾਨਾਂ ਨੇ, ਸਾਨੂੰ ਮੁਸਲਮਾਨ ਵੀਰਾਂ ਨੇ ਹਮਾਇਤ ਦਿੱਤੀ ਆ। ਉਹਨਾਂ ਦੇ ਆਗੂ ਇੱਥੇ ਆ ਕੇ ਬੋਲ ਕੇ ਗਏ ਨੇ। ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ, ਆ ਕੇ ਗਏ। ਅਸੀਂ ਉਹਨਾਂ ਨੂੰ ਸਤਿਕਾਰ ਦੇ ਨਾਲ ਸਟੇਜ ਤੇ ਲਿਆਂਦਾ। ਇੱਥੇ ਆਪਣੀ ਨਵਾਜ਼ ਵੀ ਉਹਨਾਂ ਨੇ ਨਿਹੰਗ ਸਿੰਘਾਂ ਦੇ ਨਾਲ ਪੜ੍ਹੀ। ਕਿੰਨਾ ਸਤਿਕਾਰ ਵਧਿਆ, ਮੋਰਚੇ ਦੀ ਕਿੰਨੀ ਚੜ੍ਹਦੀ ਕਲਾ ਹੋਈ। ਹੁਣ ਭਾਰਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੰਗਠਨ ਹੈ, ਭਾਰਤ ਦੇ ਵਿੱਚ 6743 ਜਾਤਾਂ ਨੇ। ਪੂਰੇ ਭਾਰਤ ਦੇ ਵਿੱਚ 6743 ਜਿਨ੍ਹਾਂ ਦੀ ਨੁਮਾਇੰਦਗੀ ਬਾਵਨ ਮੇਸ ਰਾਮ ਜੀ ਬਾਮ ਸੇਫ ਦਾ ਸੰਗਠਨ ਹੈ, ਉਹ ਪੂਰੇ ਭਾਰਤ ਦੇ ਵਿੱਚ ਕਰ ਰਹੇ ਨੇ। ਸਾਡੀ ਗੱਲ ਕੱਲ ਵੀ ਉਹਨਾਂ ਦੇ ਨਾਲ ਹੋਈ ਹੈ, ਪਰਸੋਂ ਵੀ ਉਹਨਾਂ ਦੇ ਨਾਲ ਗੱਲ ਹੋਈ ਹੈ ਬਈ ਤੁਸੀਂ ਆ ਕੇ ਇੱਥੇ ਮੋਰਚੇ ਦੇ ਸਟੇਜ ਤੋਂ ਆ ਕੇ ਬੋਲੋ, ਸਮਰਥਨ ਦਿਓ। ਪਰ ਉਹਨਾਂ ਦਾ ਸੰਗਠਨ ਪੂਰੇ ਭਾਰਤ ਦੇ ਵਿੱਚ ਸਾਡੇ ਮੋਰਚੇ ਦੀ ਹਮਾਇਤ ਕਰ ਰਿਹਾ। ਧੰਨਵਾਦੀ ਹਾਂ ਅਸੀਂ। ਪਰ ਜਿੰਨਾ ਚਿਰ ਇੱਥੇ ਆ ਕੇ ਕੋਈ ਬੋਲਦਾ ਨਹੀਂ, ਫਿਰ ਅਸੀਂ ਸਮਝਦੇ ਨਹੀਂ ਵੀ ਸਾਡੀ ਹਮਾਇਤ ਨਹੀਂ ਕੀਤੀ।
ਮੈਂ ਬਾਮਨ ਮੇਸਰਾਮ ਜੀ ਨੂੰ ਬੇਨਤੀ ਕੀਤੀ ਹੈ ਵੀ ਤੁਹਾਡਾ ਭਾਰਤ ਦੇ ਵਿੱਚ ਇੱਕੋ ਇੱਕ ਸੰਗਠਨ ਹੈ ਜਿਹੜਾ ਆਰਐਸਐਸ ਤੇ ਬੀਜੇਪੀ ਦੀਆਂ ਦੁੜਕੀਆਂ ਲਵਾ ਰਿਹਾ ਭਾਰਤ ਦੇ ਵਿੱਚ। ਬਾਮ ਸੇਠ ਜੀ ਤੋਂ ਡਰਦੇ ਨੇ ਜਿਹੜੇ ਬ੍ਰਾਹਮਣਾਂ ਦੇ ਖਿਲਾਫ ਲੜਾਈ ਲੜ ਰਹੇ ਨੇ। ਬਾਮਨ ਮੇਸਰਾਮ ਜੀ ਉਹ 5-5 10 ਲੱਖ ਦੇ ਇਕੱਠ ਨੂੰ ਸੰਬੋਧਨ ਕਰਦੇ ਨੇ। ਉਹਨਾਂ ਨੇ ਮੋਦੀ ਨੂੰ ਕਿਹਾ, ਬ੍ਰਾਹਮਣਵਾਦ ਸਰਕਾਰ ਨੂੰ ਕਿਹਾ, ਮੇਰੇ ਤੇ ਪਰਚਾ ਕਰੋ ਜੇ ਮੋਦੀ ਸਰਕਾਰ ਦੇ ਹਿੱਕ ਦੇ ਵਿੱਚ ਦਮ ਹੈ। ਨਹੀਂ ਕਰਦੇ, ਡਰਦੇ ਨੇ। ਉਹ ਸੰਗਠਨ ਵੀ ਇੱਥੇ ਆ ਕੇ ਹਮਾਇਤ ਦੇਣ ਨੂੰ ਤਿਆਰ ਹੈ। ਪਰ ਜਦੋਂ ਕੱਲ ਵਾਲਾ ਰੌਲਾ ਸੁਣਦੇ ਨੇ ਕਿ ਇੱਥੇ ਕੁਝ ਲੋਕ ਹਾਵੀ ਹੋ ਗਏ, ਸਾਨੂੰ ਚੰਗਾ ਨਹੀਂ ਸਮਝਦੇ, ਫਿਰ ਉਹ ਪਿਛਾਂ ਹਟ ਜਾਂਦੇ ਨੇ। ਇੱਥੇ ਸਾਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਜ਼ਰੂਰਤ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਭਰਾਵੋ। ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ। ਕੱਲ ਜਿਹੜੀ ਕਨਵੈਨਸ਼ਨ ਹੋਈ ਆ 22 ਰਾਜਾਂ ਦੇ ਵਿੱਚ ਹੋਈ ਹੈ, ਸਾਡੇ ਸੰਯੁਕਤ ਮੋਰਚਾ ਜਿਹੜਾ, ਉਹਦੇ ਵਿੱਚ 32 ਜਿਹੜੀਆਂ ਜਥੇਬੰਦੀਆਂ ਨੇ ਕੱਲੀਆਂ ਪੰਜਾਬ ਦੀਆਂ ਨੇ, ਬਾਕੀ ਕੁਝ ਹਰਿਆਣੇ ਦੀਆਂ ਨੇ, ਕੁਝ ਯੂਪੀ ਦੀਆਂ ਨੇ, ਬਾਕੀ ਜਿਹੜੇ ਸੂਬੇ ਨੇ ਮੈਂ ਸਮਝਦਾ ਛੱਤੀਸਗੜ੍ਹ ਹੋਵੇ, ਰਾਜਸਥਾਨ ਹੋਵੇ, ਮਹਾਰਾਸ਼ਟਰ ਹੋਵੇ, ਕਰਨਾਟਕਾ ਹੋਵੇ, ਉੜੀਸਾ ਹੋਵੇ, ਉੱਥੋਂ ਦੀਆਂ ਜਥੇਬੰਦੀਆਂ ਕਿੱਥੇ ਨੇ? ਉੱਥੋਂ ਦੇ ਸੰਗਠਨ ਕਿੱਥੇ ਨੇ? ਇਹਨਾਂ ਨਾਲ ਉਹਨਾਂ ਦੇ ਮੈਂਬਰ ਕਿੱਥੇ ਨੇ? ਉਹਨਾਂ ਨੂੰ ਨਾਲ ਲੈਣਾ ਚਾਹੀਦਾ। ਹੁਣ ਤਾਂ ਗੁਰਮੁਖੋ 31 ਤੋਂ 100 ਜਥੇਬੰਦੀ ਹੋਣੀ ਚਾਹੀਦੀ ਸੀ, ਉਹਨਾਂ ਦੇ ਸੰਗਠਨ ਵੀ ਨਾਲ ਲਾਉਣੇ ਚਾਹੀਦੇ ਸੀ, ਫਿਰ ਸੰਯੁਕਤ ਮੋਰਚੇ ਦਾ ਵਿਸਥਾਰ ਹੁੰਦਾ ਹੈ। ਇਹ ਅਸੀਂ ਉੱਥੇ ਕੀ ਖੜੇ ਆ? ਸਾਡੀ ਸੋਚ ਉੱਥੇ ਕੀ ਖੜੀ ਆ ਵੀ ਸਾਡੇ ਹੱਥ ਦੇ ਵਿੱਚ ਹੀ ਸਾਰਾ ਕੁਝ ਰਹੇ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇੱਕ ਹੋਰ ਕਿ ਤੁਸੀਂ ਕਾਲਾਂ ਦਿੰਦੇ ਹੋ ਮਹੀਨੇ ਦੀਆਂ, ਅਸੀਂ 25 ਤਰੀਕ ਨੂੰ ਭਾਰਤ ਬੰਦ ਕਰਾਂਗੇ। ਪਹਿਲਾਂ ਕਿੰਨੇ ਵਾਰੀ ਤੁਸੀਂ ਨੇ ਭਾਰਤ ਬੰਦ ਕਰ ਲਿਆ? ਸਰਕਾਰ ਨੂੰ ਕੀ ਹੋ ਗਿਆ? ਸਰਕਾਰ ਕੋਈ ਟਸ ਤੋਂ ਮੱਛ ਨਹੀਂ ਹੋਈ, ਜਿੰਨੇ ਮਰਜ਼ੀ ਵਾਰੀ ਤੁਸੀਂ ਭਾਰਤ ਬੰਦ ਕਰ ਲਓ। ਮੈਂ ਸੰਯੁਕਤ ਮੋਰਚੇ ਨੂੰ ਕਹਿਣਾ ਚਾਹੁੰਦਾ, ਜੇ ਕੋਈ ਆਗੂ ਕਹਿ ਦਿੰਦਾ, ਟਕੈਤ ਸਾਹਿਬ ਨੇ ਕਿਹਾ ਸੀਗਾ ਦਿੱਲੀ ਵੱਲ 7-8 ਹਜ਼ਾਰ ਟਰੈਕਟਰ ਚਲੇਗਾ, ਉਹਨਾਂ ਦਾ ਸਾਡੇ ਵਾਲਿਆਂ ਨੇ ਜਦੀ ਮੋੜਮਾ ਜਵਾਬ ਦੇ ਦਿੱਤਾ, ਇਹ ਉਹਦਾ ਬਿਆਨ ਆ, ਸਾਡਾ ਨਹੀਂ, ਅਸੀਂ ਉਹਦੇ ਨਾਲ ਨਹੀਂ ਹੈਗੇ। ਲੱਗ ਗਿਆ ਸਰਕਾਰ ਨੂੰ ਪਤਾ ਵੀ ਕਿੰਨੇ ਕੁ ਪਾਣੀ 'ਚ ਨੇ ਇਹ। ਜੇ ਚੜੂਨੀ ਸਾਹਿਬ ਬਿਆਨ ਦਿੰਦੇ ਨੇ ਵੀ ਆਰ ਪਾਰ ਦੀ ਲੜਾਈ ਕਰੋ ਜਾਂ ਚੋਣਾਂ ਲੜ ਲਓ, ਉਹ ਕਹਿੰਦੇ ਸਾਡਾ ਬਿਆਨ ਨਹੀਂ, ਇਹਦੀ ਆਪਦੀਆਂ ਨੇ। ਪਤਾ ਲੱਗ ਗਿਆ ਉਹਨਾਂ ਨੂੰ ਵੀ ਕਿੰਨੇ ਕੁ ਪਾਣੀ 'ਚ ਖੜੇ ਨੇ ਇਹ। ਉਹ ਗੁਰਮੁਖੋ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਚੱਲਦੇ? ਕਿਉਂ ਕਾਲ ਨਹੀਂ ਦਿੰਦੇ ਦਿੱਲੀ ਦੀ? ਕਿਉਂ ਕਾਲ ਨਹੀਂ ਤੁਸੀਂ ਦੇ ਰਹੇ ਆਰ ਪਾਰ ਦੀ ਲੜਾਈ ਦੀ? ਮਗਰ ਨੂੰ ਕਿਉਂ ਜਾਂਦੇ ਹੋ? ਉੱਥੇ ਕੀ ਦੱਬਿਆ ਤੁਹਾਡਾ? ਕਿਉਂ ਲੋਕਾਂ ਦਾ ਧਿਆਨ ਭਟਕਾਉਂਦੇ ਹੋ? ਇੱਥੇ 9 ਮਹੀਨੇ ਸਾਨੂੰ ਹੋ ਗਏ ਬੈਠਿਆਂ ਨੂੰ, ਬਹੁਤ ਕੁਝ ਦੇਖ ਲਿਆ ਸੀ, ਸ਼ਾਂਤ ਬਈ ਬਥੇਰਾ ਦੇਖ ਲਏ। ਮੈਨੂੰ ਇਹ ਦੱਸੋ ਇੱਥੇ 9 ਮਹੀਨਿਆਂ ਦੇ ਵਿੱਚ ਕਿੰਨੇ ਕਿਸਾਨ ਮਰ ਗਏ? 600 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਿਆ। ਕਿਸੇ ਦਾ ਨੌਜਵਾਨ ਕੱਲਾ ਕੱਲਾ ਪੁੱਤਰ ਸੀਗਾ, ਉਹ ਵੀ ਕਈ ਨੌਜਵਾਨ ਮਰ ਗਏ, ਸ਼ਹੀਦ ਹੋ ਗਏ, ਜਿਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ। ਉਹਨਾਂ ਦੀ ਭਰਪਾਈ ਕੌਣ ਕਰੂਗਾ? ਸੰਯੁਕਤ ਮੋਰਚਾ ਜਾਂ ਕਿਸਾਨ ਜਾਂ ਸਰਕਾਰ ਕਰੂਗੀ? ਦੱਸੋ, ਉਹਨਾਂ ਦੇ ਪੁੱਤਾਂ ਨੂੰ ਕੌਣ ਮੋੜ ਕੇ ਲਿਆਊਗਾ? ਕੌਣ ਕਰੂਗਾ ਭਰਪਾਈ ਉਹਨਾਂ ਦੀ? ਮੈਨੂੰ ਜਵਾਬ ਚਾਹੀਦਾ ਇਹਨਾਂ ਗੱਲਾਂ ਦਾ। ਦੂਸਰਾ ਨੰਬਰ, ਮਰ ਜਾਾਂਗੇ, ਸ਼ਹੀਦ ਹੋ ਜਾਾਂਗੇ, ਆਉਣ ਵਾਲੀ ਜਨਰੇਸ਼ਨ, ਆਉਣ ਵਾਲਾ ਫਿਊਚਰ ਸਾਡੇ ਨੌਜਵਾਨਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਉਹ ਤਾਂ ਚੜ੍ਹਦੀ ਕਲਾ ਦੇ ਵਿੱਚ ਹੋਊਗਾ। ਤੁਸੀਂ ਕੌਲ ਦਿਓ ਆਰ ਪਾਰ ਦੀ ਲੜਾਈ ਦੀ, ਅਸੀਂ ਮਰਨ ਨੂੰ ਤਿਆਰ ਆ, ਸ਼ਹੀਦੀਆਂ ਪਾਉਣ ਨੂੰ ਤਿਆਰ ਆ, ਫਿਰ ਤੁਸੀਂ ਕਿਉਂ ਮਗਰ ਨੂੰ ਭੱਜਦੇ ਹੋ? ਮੈਂ ਕਿਸਾਨ ਮੋਰਚੇ ਨੂੰ ਕਹਿਣਾ ਚਾਹੁੰਦਾ, ਜੇ ਤਾਂ ਤੁਹਾਡੀ ਸਰਕਾਰ ਦੇ ਨਾਲ ਗੰਢ ਧੁੱਪ ਹੈ, ਤੁਹਾਡੀ ਸਰਕਾਰ ਦੇ ਨਾਲ ਸਮਝੌਤਾ ਹੋਇਆ ਵੀ ਅਸੀਂ ਦਿੱਲੀ ਨੂੰ ਨਹੀਂ ਆਉਣਾ, ਫਿਰ ਤਾਂ ਵੱਖਰੀ ਗੱਲ ਹੈ। ਜੇ ਤੁਹਾਡਾ ਸਮਝੌਤਾ ਨਹੀਂ ਹੋਇਆ, ਤੁਸੀਂ ਸੱਚੇ ਹੋ, ਤਾਂ ਫਿਰ ਕਾਲ ਦਿਓ ਦਿੱਲੀ ਬੰਦ ਕਰਨ ਦੀ, ਦਿੱਲੀ ਰੋਕਣ ਦੀ, ਸੰਸਦ ਭਵਨ ਰੋਕੇ, ਲਾਲ ਕਿਲ੍ਹਾ ਰੋਕੇ, ਮੋਦੀ ਦੀ ਕੋਠੀ ਰੋਕੋ, ਅਹਿਮਦ ਸ਼ਾਹ ਦੀ ਕੋਠੀ ਰੱਖੋ, ਸਾਰਾ ਦਿੱਲੀ ਭਰ ਦਿਓ, ਬੰਦ ਕਰ ਦਿਓ, ਫਿਰ ਗੱਲ ਬਣਨੀ ਹੈ। ਇੱਥੇ ਚੱਲ ਜਿੰਨਾ ਚਿਰ ਮਰਜ਼ੀ ਬਹਿ ਜਾਓ, ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਮੈਂ ਇੱਕ ਹੋਰ ਕਿਸਾਨਾਂ ਨੂੰ ਕਹਿਣਾ ਚਾਹੁੰਦਾ, ਸੰਯੁਕਤ ਮੋਰਚੇ ਵਾਲਿਆਂ ਨੂੰ, ਜੇ ਤਾਂ ਤੁਹਾਡੇ ਵਿੱਚ ਦਮ ਹੈਗਾ ਦਿੱਲੀ ਜਾਣ ਦਾ ਤਾਂ ਕਾਲ ਦੇ ਦਿਓ। ਜੇ ਤੁਹਾਡੀਆਂ ਲੱਤਾਂ ਦੇ ਵਿੱਚ ਦਮ ਨਹੀਂ, ਆ ਖਾਲਸਾ ਪੰਥ ਖੜਾ ਹੈ, ਸਾਨੂੰ ਲਿਖ ਕੇ ਦਿਓ, ਅਸੀਂ ਮੂਹਰੇ ਘੋੜਿਆਂ ਚੜ੍ਹ ਕੇ ਮੋਦੀ ਨੂੰ ਫੜਾਂਗੇ ਜਾ ਕੇ, ਅਸੀਂ ਘੇਰਾਂਗੇ ਕੋਠੀਆਂ। ਓਏ ਮਰੇ ਤਾਂ ਪਏ ਆ, ਅਸੀਂ ਮਰੇ ਹੋਏ ਆ, ਸਾਨੂੰ ਸਰਕਾਰ ਨੇ ਪਹਿਲਾਂ ਹੀ ਮਾਰਤਾ। ਹੋਰ ਤੁਸੀਂ ਕੀ ਚਾਹੁੰਦੇ ਹੋ? ਇਹ ਲਾਸ਼ਾਂ ਨੇ ਜਿਹੜੀਆਂ ਇੱਥੇ ਬੋਲਦੀਆਂ ਨੇ,
ਆ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਨੇ ਇੱਥੇ ਐ ਵੀ ਮਰੀ ਜਾਣਾ ਹੈ। ਕਿਉਂ ਡਰਦੇ ਹੋ ਮਰਨ ਤੋਂ? ਕਿਉਂ ਨਹੀਂ ਤੁਹਾਡਾ ਹਾਮੀ ਭਰਦਾ ਤਾਂ ਦਿੱਲੀ ਜਾਣ ਨੂੰ? ਕਿਉਂ ਪਛਾਹਾਂ ਨੂੰ ਭਜਦੇ ਹੋ? ਕਦੇ ਪੰਜਾਬ ਦਾ ਰੱਖਦੇ ਹੋ, ਕਦੇ ਮਹੀਨੇ ਦਾ ਪ੍ਰੋਗਰਾਮ ਦੇ ਦਿੰਦੇ ਹੋ। ਸਾਨੂੰ ਕੋਈ ਭਾਰਤ ਬੰਦ ਨਹੀਂ ਚਾਹੀਦਾ, ਸਾਨੂੰ ਹੋਰ ਕੋਈ ਪ੍ਰੋਗਰਾਮ ਨਹੀਂ ਚਾਹੀਦਾ। ਤੁਹਾਡੀ ਆਵਾਜ਼ ਹੈ, ਹੱਥ ਖੜੇ ਕਰਕੇ ਦੱਸੋ ਤੁਹਾਨੂੰ ਆਰ ਪਾਰ ਦਿੱਲੀ ਦੀ ਲੜਾਈ ਚਾਹੀਦੀ ਹੈ ਜਾਂ ਨਹੀਂ? ਫਿਰ ਇਹ ਆਗੂ ਕਿਉਂ ਭਜਦੇ ਨੇ? ਸਾਨੂੰ ਆਰ ਪਾਰ ਦੀ ਲੜਾਈ ਚਾਹੀਦੀ ਹੈ। ਅਸੀਂ ਦਿੱਲੀ ਚਾਹਣਾ, ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਮੈਂ ਮੂਰੇ ਲੱਗੂਗਾ, ਸ਼ਹੀਦੀ ਮੈਂ ਦੇਵਾਂਗਾ। ਮੈਂ ਮਾੜੀ ਹੁੰਦੀ ਆ ਗੁਰਮਖੋ, ਪਾ ਲੈਣ ਮੇਰੇ ਰੱਸਾ ਮੂਰੇ, ਮੈਂ ਤੈਨੂੰ ਤੁਰਨ ਮੇਰੇ 40 ਦੇ 40 ਨਾਲ ਚੱਲ ਤੋ। ਕਿਹੜਾ ਪਿਛਾਂਹ ਹਟਣ ਨੂੰ ਤਿਆਰ ਆ? ਕਿਉਂ ਭਜਦੇ ਫਿਰਦੇ ਹੋ? ਆ ਜਿਹੜੇ 3-3 4-4 ਕਿੱਲਿਆਂ ਵਾਲੇ ਕਿਸਾਨ ਨੇ ਇਹ ਰੋਂਦੇ ਨਹੀਂ ਹੈਗੇ। ਇੱਕ ਕਰਜ਼ਾ ਲੈ ਕੇ ਇੱਥੇ ਕੰਗਾਲ ਹੋਏ ਬੈਠੇ ਨੇ। ਇਹਨਾਂ ਦੀ ਜਿਹੜੀ ਮਾਨਕ ਦਸ਼ਾ ਨਾ ਸਾਡੇ ਛੋਟੇ ਕਿਸਾਨਾਂ ਦੀ, ਉਹ ਵਿਗੜਦੀ ਜਾਂਦੀ ਹੈ। ਰੋਂਦੀਆਂ ਨੇ ਬੀਬੀਆਂ, ਰੋਂਦੇ ਨੇ ਬਜ਼ੁਰਗ ਬੈਠ ਕੇ ਵੀ ਇੱਥੇ ਬੈਠੇ ਆ ਮਰ ਜਾਾਂਗੇ ਘਰਾਂ ਨੂੰ ਜਦ ਇਹ ਰੱਦ ਕਰਾ ਕੇ ਜਾਵਾਂਗੇ। ਓਏ ਉਹਨਾਂ ਦਾ ਹਿਰਦਾ ਪੁੱਛੋ, ਨੌਜਵਾਨਾਂ ਦਾ, ਉਹ ਬਜ਼ੁਰਗਾਂ ਦਾ ਜਿਹੜੇ 9-9 ਮਹੀਨਿਆਂ ਤੇ ਇੱਥੇ ਘਰੇ ਨਹੀਂ ਗਏ। ਦੱਸੋ ਫਿਰ ਤੁਸੀਂ ਕੀ ਕਹਿਣਾ ਚਾਹੋ? ਸਾਨੂੰ ਹੋਰ ਕੋਈ ਪ੍ਰੋਗਰਾਮ ਨਹੀਂ ਚਾਹੀਦਾ। ਸਾਰੇ ਲੋਕ, ਸਾਰੇ ਇਹ ਮੋਰਚੇ ਦੇ ਵਿੱਚ ਇਹੀ ਆਵਾਜ਼ ਆਵੇ ਵੀ ਦਿੱਲੀ ਦਾ ਪ੍ਰੋਗਰਾਮ ਦਿਓ। ਮੈਂ ਦਾਅਵੇ ਨਾਲ ਕਹਿਣਾ 1 ਮਹੀਨੇ ਤੋਂ ਪਹਿਲਾਂ ਜੇ ਤੁਹਾਡਾ ਮੋਰਚਾ ਹੱਲ ਨਾ ਹੋਇਆ ਤਾਂ ਮੈਨੂੰ ਨੀਵੇਂ ਥਾਵੇਂ ਕਢਾ ਦਿਓ। ਦਿੱਲੀ ਚੱਲੋ, ਪਰ ਦਿੱਲੀ ਜਾਣਾ ਪਊਗਾ। ਦਿੱਲੀ ਤੋਂ ਬਗੈਰ, ਜਾਣ ਤੋਂ ਬਗੈਰ ਸਾਡਾ ਸਰਦਾ ਹੀ ਨਹੀਂ। ਅਸੀਂ ਆਰ ਪਾਰ ਦੀ ਲੜਾਈ ਲੜਨੀ ਹੈ। ਇਹ ਦਿਓ ਪ੍ਰੋਗਰਾਮ। ਜੇ ਤੁਸੀਂ ਸੱਚੇ ਹੋ, ਜੇ ਤੁਹਾਡੀ ਸਰਕਾਰ ਨਾਲ ਗੰਢ ਧੁੱਪ ਨਹੀਂ, ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਦੇ ਦਿਓਗੇ। ਜੇ ਤੁਹਾਡੀ ਗੰਢ ਧੁੱਪ ਹੈ, ਉਹ ਸਾਰਿਆਂ ਦੇ ਸਾਹਮਣੇ ਹੈ, ਸਾਰਿਆਂ ਦੇ ਵਿੱਚ ਉਜਾਗਰ ਹੈ। ਤੁਸੀਂ ਸਰਕਾਰਾਂ ਦੇ ਨਾਲ ਰਲੇ ਹੋਏ ਹੋ, ਤੁਸੀਂ ਟਾਰਾ ਮਾਰਦੇ ਹੋ। ਪ੍ਰੋਗਰਾਮ ਦਿੱਤਾ ਹੈ, ਅਸੀਂ ਸੰਸਦ ਘੇਰਾਂਗੇ, ਜਾ ਕੇ ਜੰਤਰ ਮੰਤਰ ਦੇ ਵਿੱਚ ਬਹਿ ਜਾਣੇ ਸਰਕਾਰਾਂ ਨਾਲ ਗੰਢ ਧੁੱਪ ਕਰਕੇ। ਇਹ ਕਿੱਥੋਂ ਦਾ ਇਨਸਾਫ ਹੈ? ਮੈਨੂੰ ਆਓ ਦੱਸੋ ਭਰਾਵੋ, ਮੇਰੀ ਤੁਹਾਡੇ ਨਾਲ ਲੜਾਈ ਚੱਲਦੀ ਹੈ। ਮੈਂ ਤੁਹਾਨੂੰ ਕਹਿਣਾ, ਉਹ ਭਾਈ ਗੁਰਮੁਖਾ ਮੈਨੂੰ ਟਾਈਮ ਦੇ ਦੇ, ਮੈਂ ਤੈਨੂੰ ਗਾਲਾਂ ਕੱਢਣੀਆਂ ਨੇ, ਮੈਂ ਤੇਰੇ ਵਿਰੁੱਧ ਨਾਰੇ ਲਾਉਣੇ ਨੇ। ਮੈਂ ਕਿੱਥੇ ਆਵਾਂ, ਕਿੱਥੇ ਬਿਠਾਓਗੇ, ਕਿੱਥੇ ਖੜਾ ਕੇ ਮੈਂ ਤੇਰੇ ਖਿਲਾਫ ਨਾਰੇ ਲਾਵਾਂ? ਤੁਸੀਂ ਮੈਨੂੰ ਟਾਈਮ ਦੇ ਦਿਓਗੇ? ਨਹੀਂ। ਫਿਰ ਸਰਕਾਰ ਨਾਲ ਸਾਡੀਆਂ ਕਾਹਦੀਆਂ ਪਾਲਿਸੀਆਂ ਨੇ? ਸਾਡੇ ਨਾਲ ਸਰਕਾਰ ਦੀ ਕਾਹਦੀ ਗੰਢ ਧੁੱਪ ਹੈ? ਕਿਉਂ ਉਹਨਾਂ ਦੇ ਨਾਲ ਅਸੀਂ ਮੀਟਿੰਗਾਂ ਕਰਦੇ ਹਾਂ? ਅਸੀਂ ਤੁਹਾਡੇ ਖਿਲਾਫ ਪ੍ਰਦਰਸ਼ਨ ਕਰਨਾ ਹੈ, ਸਾਨੂੰ ਸੰਸਦ ਆਉਣ ਦਾ ਟਾਈਮ ਦਿਓ। ਉਹ ਕਹਿੰਦੇ ਨੇ ਉੱਥੇ ਦਾ ਉਹਨੂੰ ਜਾਣ ਨਹੀਂ ਦਿੰਦੇ, ਜੰਤਰ ਮੰਤਰ ਦੇ ਵਿੱਚ ਬਹਿ ਜਾਓ। ਸਰਕਾਰਾਂ ਦੀਆਂ ਗੱਡੀਆਂ ਲੈ ਕੇ ਜਾਂਦੀਆਂ ਨੇ, ਸਰਕਾਰਾਂ ਦੀਆਂ ਗੱਡੀਆਂ ਛੱਡ ਕੇ ਜਾਂਦੀਆਂ ਨੇ। ਤੁਸੀਂ ਕਹਿਣਾ ਸੀਗਾ ਸੰਯੁਕਤ ਮੋਰਚੇ ਨੇ ਸਰਕਾਰ ਨੂੰ ਅਸੀਂ ਕੌਲ ਦਿੱਤੀ ਹੈ। ਮਰਦ ਦੀ ਜ਼ੁਬਾਨ ਹੁੰਦੀ ਹੈ ਗੁਰਮੁਖੋ, ਜਿਹਦੀ ਜ਼ੁਬਾਨ ਨਹੀਂ ਉਹ ਕੋਈ ਮਰਦ ਨਹੀਂ ਹੈਗਾ। ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ। ਜਿਹੜਾ ਬਚਨ ਕਰਕੇ ਖਿਸਕ ਜੇ ਅਸੀਂ ਉਹਨੂੰ ਨਰ ਨਹੀਂ ਮੰਨਦੇ। ਤੇ ਬਚਨ ਕਰਕੇ ਅਸੀਂ ਕਹਿੰਦੇ ਆ, ਸੋਨੂੰ ਕਿਹਾ ਸੰਸਦ ਘੇਰਾਂਗੇ, ਸੰਸਦ ਘੇਰਾਂਗੇ। ਫਿਰ ਗੰਢ ਧੁੱਪ ਕਰਕੇ ਉੱਥੇ ਬਹਿ ਜਾਂਦੇ ਹੋ। ਸਰਕਾਰ ਨੂੰ ਇਹ ਕਹਿਣਾ ਚਾਹੀਦਾ ਸੀ, ਸਰਕਾਰੇ ਮੋਦੀ ਤੂੰ ਜਿਹੜਾ ਜ਼ੋਰ ਲਾਉਣਾ ਲਾ ਲੈ, ਅਸੀਂ ਸੰਸਦ ਜਾਵਾਂਗੇ, ਸੰਸਦ ਘੇਰਾਂਗੇ। ਜੇ ਸਾਡੀ ਹਿੱਕ 'ਚ ਦਮ ਹੋਇਆ ਅਸੀਂ ਉੱਥੇ ਜਾ ਕੇ ਤੈਨੂੰ ਸਭ ਕੁਝ ਕਰਕੇ ਦਿਖਾ ਦਿਆਂਗੇ। ਪਰ ਨਹੀਂ, ਕਿਹਦੇ ਵਿੱਚ ਦਮ ਆ ਇਹ ਗੱਲ ਕਰਨ ਦਾ? ਕਿਉਂ ਇਹਨਾਂ ਨੇ ਸੌਦੇ ਪੱਤੇ ਕਰੇ? ਕਿਉਂ ਉੱਥੇ ਜੰਤਰ ਮੰਤਰ ਦੇ ਵਿੱਚ ਬੈਠੇ ਜਾ ਕੇ? ਮੈਂ ਗੁਰਮੁਖੋ ਇੱਕੋ ਹੀ ਗੱਲ ਕਹਿਣਾ ਹੈ, ਚਾਹੇ ਤੁਸੀਂ ਮੈਨੂੰ ਮਾੜਾ ਸਮਝ ਲਓ, ਚਾਹੇ ਮੇਰੀਆਂ ਗੱਲਾਂ ਦਾ ਜੋ ਕੁਝ ਮਰਜ਼ੀ ਅੰਦਾਜ਼ਾ ਲਾ ਲਿਓ, ਇਹ ਸਾਰੇ ਰਲ ਚੁੱਕੇ ਨੇ। ਜੇ ਨਹੀਂ ਰਹੇ ਤਾਂ ਇੱਕੋ ਇੱਕ ਗੱਲ ਮੈਂ ਕਹਿਣਾ ਇੱਥੋਂ ਸਾਰਿਆਂ ਨੂੰ, ਬਈ ਉੱਥੇ ਚਲੋ। ਸਾਨੂੰ ਨਹੀਂ ਕੋਈ 25 ਤਰੀਕ ਦਾ ਤੁਹਾਡਾ ਪ੍ਰੋਗਰਾਮ ਚਾਹੀਦਾ ਬੰਦ ਕਰਨ ਦਾ, ਸਾਨੂੰ ਹੋਰ ਕੋਈ ਪ੍ਰੋਗਰਾਮ ਨਹੀਂ ਚਾਹੀਦਾ। ਸਾਨੂੰ ਦਿੱਲੀ ਦੇ ਵਿੱਚ ਜਾਣਾ ਮਨਜ਼ੂਰ ਹੈ, ਸਾਨੂੰ ਮਰਨਾ ਮਨਜ਼ੂਰ ਹੈ। ਅਸੀਂ ਤਾਂ ਮਰੇ ਪਏ ਆ। ਹੋਰ ਸਰਕਾਰ ਕੀ ਚਾਹੂਗੀ? ਗੋਲੀਆਂ ਮਾਰ ਦੂਗੀ, ਸ਼ਹੀਦ ਕਰ ਦੂਗੀ, ਹੋਰ ਕੀ ਭਾਲਦੇ ਹੋ? ਇੱਥੇ ਕਿੰਨਾ ਚਿਰ ਬੈਠੇ ਰਹੋਗੇ? 9 ਮਹੀਨੇ ਹੋ ਗਏ, 10ਵਾਂ ਮਹੀਨਾ ਹੋ ਗਿਆ। ਉਹ ਇਹਨਾਂ ਨੂੰ ਪੁੱਛੋ, ਤੁਸੀਂ ਕਿਉਂ ਨਹੀਂ ਪੁੱਛਦੇ ਵੀ ਚਲੋ ਉੱਥੇ ਕਰੋ ਗਵਾਹੀ ਮੂਹਰੇ ਹੋ ਕੇ, ਹੋਰ ਕੋਈ ਸਾਨੂੰ ਪ੍ਰੋਗਰਾਮ ਚਾਹੀਦਾ, ਸਾਨੂੰ ਦਿੱਲੀ ਦਾ ਚਾਹੀਦਾ। ਫਿਰ ਦੂਸਰਾ ਆ ਜਾਂਦਾ ਚੋਣਾਂ ਦਾ ਪ੍ਰੋਗਰਾਮ। ਜੇ ਕਹਿੰਦੇ ਚੋਣਾਂ ਲੜ ਲਓ, ਤੁਹਾਡੇ ਕੋਲੇ ਪਾਵਰ ਹੈ ਨਹੀਂ,
ਸਰਕਾਰ ਦੀਆਂ ਤੁਸੀਂ ਮਿੰਨਤਾਂ ਕਰਦੇ ਹੋ ਵੀ ਇਹ ਕਾਨੂੰਨ ਰੱਦ ਕਰ ਦਿਓ, ਉਧਰ ਵੀ ਨਹੀਂ ਆਉਂਦੇ। ਉਹ ਵੀ ਕਹਿ ਦਿੰਦੇ ਨੇ ਹਜੇ ਇਹ ਨਹੀਂ ਲੜਨੀਆਂ। ਕਿਉਂ ਨਹੀਂ ਲੜਨੀਆਂ? ਮੈਨੂੰ ਇਉਂ ਦੱਸੋ, ਜੇ ਦੇਸ਼ ਦਾ ਤੜੀ ਪਾਰ ਬਦਮਾਸ਼ ਗ੍ਰਹਿ ਮੰਤਰੀ ਬਣ ਸਕਦਾ ਹੈ, ਕਿਸਾਨ ਕਿਉਂ ਨਹੀਂ? ਜੇ ਇੱਕ ਸੱਪ ਫੜਨ ਵਾਲਾ ਜੋਗੀ ਮੁੱਖ ਮੰਤਰੀ ਬਣ ਸਕਦਾ ਹੈ, ਕਿਸਾਨ ਕਿਉਂ ਨਹੀਂ? ਜੇ ਇੱਕ ਅਨਪੜ੍ਹ ਬੰਦਾ ਸਦੀਕ ਵਰਗਾ MP ਬਣ ਸਕਦਾ ਹੈ, ਫਿਰ ਕਿਸਾਨ ਕਿਉਂ ਨਹੀਂ ਭਰਾਵੋ? ਤੁਸੀਂ ਕਿਉਂ ਨਹੀਂ? ਕੀ ਘਾਟ ਆ ਤੁਹਾਡੇ 'ਚ? ਚੋਣਾਂ ਲੜ ਲਓ। ਤੁਸੀਂ ਕਿਉਂ ਇਹਨਾਂ ਦੀਆਂ ਬਾਰ-ਬਾਰ ਮਿੰਨਤਾਂ ਕਰਦੇ ਹੋ? ਜੇ ਤੁਹਾਡੇ ਕੋਲ ਪਾਵਰ ਹੋਊਗੀ ਫਿਰ ਇਹਨਾਂ ਦੇ ਤੁਸੀਂ ਆਪ ਹੀ ਜਵਾਬ ਦੇ ਦਿਓਗੇ। ਤੁਹਾਡੇ ਕੋਲੇ ਪਾਵਰ ਨਹੀਂ। ਅੱਜ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ, ਕੱਲ ਨੂੰ ਅੱਜ ਮੋਦੀ ਸਰਕਾਰ ਤੁਹਾਡੇ ਬਿੱਲ ਰੱਦ ਕਰ ਦਿੰਦੀ ਹੈ, ਤੁਸੀਂ ਘਰਾਂ ਨੂੰ ਖੁਸ਼ੀ-ਖੁਸ਼ੀ ਢੋਲ ਵਜਾ ਕੇ ਜਾਓਗੇ। ਸਰਕਾਰ ਫਿਰ ਸੈਂਟਰ ਦੇ ਵਿੱਚ ਕਾਇਮ ਆ ਮੋਦੀ ਦੀ। ਕੱਲ ਨੂੰ ਹੋਰ ਕੋਈ ਬਿੱਲ ਲਿਆਂਦਾ ਫਿਰ ਇੱਥੇ ਆ ਕੇ ਬੈਠੋਗੇ, ਫਿਰ ਇੱਥੇ ਆ ਕੇ ਰੋਲੋਗੇ, ਫਿਰ ਨਹੀਂ ਕਿਸੇ ਨੇ ਆਉਣਾ। ਇਸ ਕਰਕੇ ਸਰਕਾਰਾਂ ਵੀ ਬਦਲਣੀਆਂ ਪੈਣੀਆਂ ਸਾਨੂੰ। ਆਪਦੇ ਹੱਥ ਦੇ ਵਿੱਚ ਲਵੋ। ਆਪ ਤੁਹਾਡੇ ਵਿੱਚ ਗੁਣ ਨਹੀਂ ਹੈਗੇ ਪ੍ਰਧਾਨ ਮੰਤਰੀ ਬਣਨ ਦੇ, ਮੁੱਖ ਮੰਤਰੀ ਬਣਨ ਦੇ, ਗ੍ਰਹਿ ਮੰਤਰੀ ਬਣਨ ਦੇ। ਤੁਹਾਡੇ ਵਿੱਚ ਕੀ ਘਾਟ ਹੈ? ਜੇ ਤਾਂ ਤੁਸੀਂ ਮਿਲਗੋਭਾ ਸਰਕਾਰਾਂ ਦੇ ਨਾਲ ਹੋਏ ਹੋ ਫਿਰ ਤਾਂ ਬਸ਼ੱਕ ਹੋਏ ਰਹੋ, ਪਰ ਇਹ ਸਮੇਂ ਦੀ ਮੰਗ ਹੈ, ਸਾਡੀ ਮਜਬੂਰੀ ਹੈ ਚੋਣਾਂ ਲੜਨਾ। ਅਸੀਂ ਜੋ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਜੀ ਚੰਡੂਨੀ, ਅਸੀਂ ਉਹਨਾਂ ਦੇ ਨਾਲ ਖੜੇ ਆ। ਅਸੀਂ ਕਹਿੰਦੇ ਹਾਂ ਤੁਸੀਂ ਚੋਣਾਂ ਲੜੋ। 5 ਤਰੀਕ ਦਾ ਪੂਰਾ ਪ੍ਰੋਗਰਾਮ ਰੱਖਿਆ ਟਕੈ ਸਾਹਿਬ ਨੇ, ਇਹੀ ਵੀ ਉੱਥੇ ਬਿਗਲ ਵੱਜੂਗਾ ਚੋਣਾਂ ਦਾ। ਯੂਪੀ ਦੇ ਵਿੱਚ ਵੀ ਕਿਸਾਨ ਆਉਣਗੇ, ਹੋਣਾ ਚਾਹੀਦਾ ਸਾਰੇ ਪਾਸੇ। ਕਿਉਂ ਨਹੀਂ? ਇਹ ਭਰਾਵੋ ਤੁਹਾਨੂੰ ਸਵਾਲਾਂ ਦੇ ਜਵਾਬ ਲੈਣੇ ਪੈਣੇ ਆ ਇਹਨਾਂ ਤੋਂ। ਇਹਨਾਂ ਨੂੰ ਸਿੱਧੇ ਹੋ ਕੇ ਤੋਰੋ ਮੂਹਰੇ ਨੂੰ, ਮਗਰ ਨਾ ਮੋੜੋ। ਦਿੱਲੀ ਦਾ ਪ੍ਰੋਗਰਾਮ ਦੇਣ, ਅਸੀਂ ਤਿਆਰ ਪਰ ਤਿਆਰ ਹਾਂ। ਅਸੀਂ ਨਾਲ ਆ ਸੰਯੁਕਤ ਮੋਰਚੇ ਦੇ। ਅਸੀਂ ਸਾਡਾ ਸੰਯੁਕਤ ਮੋਰਚਾ ਸੰਯੁਕਤ ਮੋਰਚੇ ਦੇ ਆ, ਪਰ ਕੁਝ ਆਗੂ ਅਸੀਂ ਕਿਸਾਨਾਂ ਦੇ ਨਾਲ ਆ, ਕਿਸੇ ਆਗੂਆਂ ਦੇ ਨਾਲ ਨਹੀਂ। ਕੁਝ ਜਿਹੜੇ ਸਾਡੇ ਕਿਸਾਨ ਆਗੂ ਨੇ ਬਹੁਤ ਚੰਗੇ ਨੇ, ਪਰ ਵਿੱਚ ਕਈਆਂ ਦੀ ਸੋਚ ਘਟੀਆ ਹੈ, ਜਿਨ੍ਹਾਂ ਨੇ ਕੱਲ ਇੱਥੇ ਮੈਕ ਬੰਦ ਕਰੇ। ਇਹੋ ਜਿਹੇ ਆਗੂਆਂ ਨੂੰ ਤੁਸੀਂ ਪਹਿਚਾਨਣਾਗਾ। ਤੁਸੀਂ ਉਹਨਾਂ ਤੋਂ ਗੱਲਾਂ ਬਾਤਾਂ ਦੇ ਜਵਾਬ ਲੈਣੇ ਨੇ। ਅਸੀਂ ਕੋਈ ਲੜਨਾ ਨਹੀਂ ਭਰਾਵੋ। ਸਾਡੀ ਸੈਂਟਰ ਦੇ ਨਾਲ ਲੜਾਈ ਹੈ, ਮੋਦੀ ਦੇ ਨਾਲ ਲੜਾਈ ਹੈ। ਉੱਥੇ ਚਾਹੇ ਅਸੀਂ ਲੜ ਕੇ ਮਰ ਜਾਈਏ, ਕੁਛ ਹੋ ਜਾਏ, ਫਿਰ ਕਹਿੰਦੇ ਸ਼ਾਂਤੀ ਦੇ ਨਾਲ ਲੈਣਾ। ਹੁਣ ਇੱਥੇ ਵੀ ਸ਼ਾਂਤੀ ਦੇ ਵਿੱਚ ਬਹਿ ਕੇ 600 ਬੰਦਾ ਮਰਵਾਈ ਲਿਆ, ਮਾਰੀ ਗਿਆ। ਉਹ ਕਿਹਦੇ ਲੇਖੇ ਦੇ ਵਿੱਚ ਪਾਉਂਗੇ? ਚਲੋ ਸਿੱਧੇ ਹੋ ਕੇ ਉਧਰ ਜੇ 150 ਹੋਰ ਸ਼ਹੀਦ ਹੋ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ। ਜੰਗ ਤਾਂ ਜਿੱਤ ਲਾਂਗੇ। ਇਹ ਨਾ ਰੱਖਿਆ ਕਰੋ ਹੁਣ ਅਸੀਂ ਇਹ ਤਾਂ ਆਸ ਲਾਈ ਬੈਠੇ ਨੇ ਤੁਹਾਨੂੰ ਵੀ ਤਾਂ 2024 ਤੱਕ ਲਿਜਾਣਾ ਮੋਰਚਾ ਇਹਨਾਂ ਨੇ। ਹੁਣ ਤੁਸੀਂ ਦੇਖ ਲਓ ਵੀ 2024 ਤੱਕ ਲਿਜਾਣਾ। ਐਡੀਆਂ ਆਸਾਂ ਲਾਈ ਬੈਠੇ ਨੇ। ਕੱਲ ਬੋਲਦੇ ਸੀ 3 ਮਹੀਨਿਆਂ ਨੂੰ ਪੂਰਾ ਸਾਲ ਹੋ ਜਾਊਗਾ ਇੱਥੇ, ਅਸੀਂ ਫਿਰ ਸਮੀਖਿਆ ਕਰਾਂਗੇ ਮੋਰਚੇ ਨੇ ਕੀ ਕੱਢਿਆ, ਕੀ ਗਵਾਇਆ, ਗਾਹਾਂ ਦੀ ਰਣਨੀਤੀ ਕੀ ਹੈ। ਹਜੇ ਤਾਂ 3 ਮਹੀਨਿਆਂ ਦੇ ਉੱਤੇ ਫਿਰਦੇ ਨੇ ਇਹ ਭਰਾਵੋ। ਹੁਣ ਤੁਸੀਂ ਦੇਖ ਲਓ, ਆਪਾਂ ਨੇ ਆਰ ਪਾਰ ਦੀ ਲੜਾਈ ਲੜਨੀ ਹੈ। ਦੁਬਾਰਾ ਫਿਰ ਮੈਂ ਸਾਰੇ ਲੋਕਾਂ ਨੂੰ ਬੇਨਤੀਆਂ ਕਰਨਾ ਚਾਹੁੰਦਾ ਵੀ ਅਸੀਂ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਹੈ। ਸਾਡੇ ਸਤਿਕਾਰਯੋਗ ਆਗੂ ਖੜੇ ਨੇ, ਅਸੀਂ ਸਤਿਕਾਰ ਕਰਦੇ ਹਾਂ। ਪ੍ਰੋਗਰਾਮ ਸੰਯੁਕਤ ਮੋਰਚੇ ਨੇ ਦੇਣਾ, ਕਿਸਾਨ ਮੋਰਚੇ ਨੇ ਦੇਣਾ ਹੈ। ਅਸੀਂ ਉਹਨਾਂ ਤੇ ਪਹਿਰਾ ਦੇਣਾ। ਅਸੀਂ ਆਪਣੇ ਮਨ ਦੀ ਗੱਲ ਕਰ ਚੱਲੇ ਹਾਂ ਬਈ ਸਿੱਧੇ ਹੋ ਕੇ ਦਿੱਲੀ ਉਤਰੋ, ਆਰ ਪਾਰ ਦੀ ਲੜਾਈ ਲੜੋ। ਅਸੀਂ ਤੁਹਾਡੇ ਨਾਲ ਆ, ਸਾਰਾ ਭਾਰਤ ਤੁਹਾਡੇ ਨਾਲ ਖੜਾ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਇੱਥੇ ਕਈਆਂ ਨੂੰ ਅਸੀਂ ਚੁੱਭਦੇ ਹਾਂ। ਜੇ ਤੁਹਾਨੂੰ ਅਸੀਂ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਚੁੱਭਦੀਆਂ ਨੇ। ਇੱਕ ਮੈਂ ਕੱਲ ਵੀ ਗੱਲ ਸੁਣੀ ਹੈ, ਉੱਥੇ ਲੰਗਰਾਂ ਦੇ ਵਿੱਚ ਇੱਕ ਜਾ ਕੇ ਕਹਿ ਕੇ ਆਇਆ ਆਗੂ ਗੁਰਮੁਖ ਕਾਰ ਸੇਵਾ ਵਾਲਿਆਂ ਨੂੰ ਵੀ ਤੁਹਾਨੂੰ ਕਿਹੜਾ ਚਿੱਠੀਆਂ ਦੇ ਕੇ ਬੁਲਾਇਆ, ਤੁਸੀਂ ਲੰਗਰ ਬੰਦ ਕਰਕੇ ਚਲੇ ਜਾਓ। ਨਿਹੰਗ ਸਿੰਘ ਰੌਲਾ ਪਾਉਂਦੇ ਨੇ ਜੇ ਅਸੀਂ ਇਹਨਾਂ ਨੂੰ ਮਾੜੇ ਲੱਗਦੇ ਆ। ਕਿਸਾਨ ਮੋਰਚੇ ਦਾ ਕੋਈ ਵੀ ਆਗੂ ਉੱਠ ਕੇ ਆਹ ਸਟੇਜ ਤੋਂ ਇੱਥੋਂ ਐਲਾਨ ਕਰ ਦੇ ਵੀ ਨਿਹੰਗ ਸਿੰਘਾਂ ਦੀ ਲੋੜ ਨਹੀਂ, ਅਸੀਂ ਕੱਲ ਨੂੰ ਹੀ ਚਾਲਾ ਪਾ ਜਾਾਂਗੇ, ਕੱਲ ਨੂੰ ਹੀ ਚਾਲਾ ਪਾ ਜਾਾਂਗੇ। ਤੁਸੀਂ ਮੋਰਚਾ ਚਲਾਇਓ ਜਿਵੇਂ ਮਰਜ਼ੀ, ਜਿੰਨੀ ਸੇਵਾ ਸਾਡੀ ਮਨਜ਼ੂਰ ਕਰ ਲਿਓ, ਪਰ ਇੱਥੇ ਸੰਯੁਕਤ ਮੋਰਚੇ ਦਾ ਆਗੂ ਆ ਕੇ ਬੋਲੇ ਵੀ ਅਸੀਂ ਸਾਨੂੰ ਨਿਹੰਗ ਸਿੰਘਾਂ ਦੀ ਲੋੜ ਨਹੀਂ, ਹੁਣ ਚਲੇ ਜਾਣ, ਘਰਾਂ ਨੂੰ ਵਾਪਸ ਚਲੇ ਜਾਣ, ਫੇਰ ਜਾਵਾਂਗੇ। ਆਉਣੀ ਮੋਰਚਾ ਛੱਡ ਕੇ ਜਾਂਦੇ, ਕਰੋ ਐਲਾਨ ਇੱਥੋਂ। ਉਹ ਅਸੀਂ ਦਿਨ ਰਾਤ ਇੱਥੇ ਸੇਵਾਵਾਂ ਕਰਦੇ ਆਂ, ਦਿਨ ਰਾਤ ਡਟੇ ਬੈਠੇ ਆਂ। 9 ਮਹੀਨਿਆਂ ਦੇ ਵਿੱਚ 1-2 ਵਾਰੀ
ਜਾ ਕੇ ਗੇੜੇ ਮਾਰ ਕੇ ਆਏ, ਘਰਾਂ ਦੇ ਵਿੱਚ ਗਏ ਵੀ ਨਹੀਂ। ਇਸ ਕਰਕੇ ਭਰਾਵੋ ਤੁਸੀਂ ਜਾਗੋ, ਆਰ ਪਾਰ ਦੀ ਲੜਾਈ ਦਾ ਐਲਾਨ ਕਰੋ, ਫੇਰ ਇਹ ਕਾਨੂੰਨ ਰੱਦ ਹੋਣਗੇ। ਇੱਥੇ ਬੈਠਿਆਂ ਨਾਲ 9 ਮਹੀਨੇ ਹੋ ਗਏ, ਚਾਹੇ 9 ਮਹੀਨੇ ਹੋਰ ਬੈਠੇ ਰਹੋ, ਮੋਦੀ ਨੇ ਨਹੀਂ ਮੰਨਣਾ। ਇਹ ਤਾਂ ਉਹਦੀ ਧੌਣ ਫੜਨੀ ਪਊ, ਦਿੱਲੀ ਘੇਰਨੀ ਪਊਗੀ, ਦਿੱਲੀ ਬੰਦ ਕਰਨੀ ਪਊਗੀ ਬਿਲਕੁਲ। ਜਿਹੜਾ ਕੋਈ ਆਉਂਦਾ, ਪਹਿਲਾਂ ਇਹਨਾਂ ਨੇ ਲੱਖਾ ਸਿਧਾਣਾ ਬਦਨਾਮ ਕੀਤਾ, ਫਿਰ ਦੀਪ ਸਿੱਧੂ ਦੀ ਵਾਰੀ ਆਈ, ਫਿਰ ਡਿਬਰਾਵਾ ਸਾਹਿਬ ਇਹਨਾਂ ਨੇ ਬਦਨਾਮ ਕਰਕੇ ਤੋੜਤਾ, ਫਿਰ ਇੱਥੇ ਗੁਰਦੀਪ ਸਿੰਘ ਹੋਰਾਂ ਦੀਆਂ ਟਰਾਲੀਆਂ ਲੱਗੀਆਂ ਹੋਈਆਂ ਸੀ, ਉਹ ਵੀ ਬਦਨਾਮ ਕਰਕੇ ਤੋੜਤੇ। ਹੁਣ ਨਿਹੰਗ ਸਿੰਘਾਂ ਦੇ ਮਗਰ ਪਏ ਨੇ, ਹੁਣ ਸਾਨੂੰ ਬਦਨਾਮ ਕਰਨ ਨੂੰ ਫਿਰਦੇ ਨੇ। ਇਹ ਭੱਜਣ ਨੂੰ ਫਿਰਦੇ ਨੇ ਸਾਰੇ ਆਗੂ, ਪਰ ਅਸੀਂ ਭੱਜਣ ਨਹੀਂ ਦੇਣੇ। ਸਾਨੂੰ ਪਤਾ ਵੀ ਜੇ ਨਿਹੰਗ ਸਿੰਘ ਕੋਈ ਪ੍ਰੋਗਰਾਮ ਦੇਣ, ਅਸੀਂ ਇਹਨਾਂ ਦੇ ਘਰ ਠੂਠਾ ਸਿਰ ਦੇ ਵਿੱਚ ਭੰਨ ਦਈਏ ਵੀ ਨਿਹੰਗ ਸਿੰਘਾਂ ਨੇ ਮੋਰਚਾ ਖਰਾਬ ਕਰਤਾ। ਅਸੀਂ ਮੋਰਚਾ ਜਿੱਤਿਆ ਹੋਇਆ ਸੀਗਾ, ਅਸੀਂ ਸਾਰੀਆਂ ਤੁਹਾਡੀਆਂ ਚਾਲਾਂ ਸਮਝਦੇ ਆ, ਅਸੀਂ ਸੁੱਖਾ ਪੀ ਕੇ ਪੈਣ ਵਾਲੇ ਨਹੀਂ ਹੈਗੇ। ਗੁਰੂ ਸਾਹਿਬ ਨੇ ਸਾਨੂੰ ਬੁੱਧੀ ਬਖਸ਼ੀ ਹੈ, ਸਾਰੀ ਬਾਜ਼ ਦੀ ਨਿਗਾਹ ਸਾਡੇ ਤੁਹਾਡੇ ਤੇ ਹੈ। ਤੁਸੀਂ ਕੀ ਕਰਦੇ ਹੋ, ਕੀ ਕਰਦੇ ਫਿਰਦੇ ਹੋ? ਇਸ ਕਰਕੇ ਟਾਈਮ ਬਹੁਤ ਹੋ ਗਿਆ। ਮੈਂ ਸੈਕਟਰੀ ਸਾਹਿਬ ਤੋਂ ਮਾਫੀ ਚਾਹੁੰਦਾ, ਇੰਨਾ ਟਾਈਮ ਲੈ ਗਿਆ, ਪਰ ਮੇਰੇ ਦਿਲ ਦੇ ਬਲਬਲੇ ਸੀਗੇ, ਕੱਲ ਬੋਲਣ ਨਹੀਂ ਦਿੱਤਾ। ਆਵਾਜ਼ ਦੁਨੀਆ ਦੀ, ਭਾਰਤ ਦੇ ਵਿੱਚ ਬੈਠੇ ਲੋਕ, ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਕਿਸਾਨ ਮੋਰਚੇ ਦੇ ਉੱਤੇ ਦਬਾਅ ਪਾਉਣ ਵੀ ਸਾਰੇ ਪ੍ਰੋਗਰਾਮ ਰੱਦ ਕਰੋ, ਦਿੱਲੀ ਚਲੋ, ਆਰ ਪਾਰ ਦੀ ਲੜਾਈ ਲੜੋ, ਅਸੀਂ ਤੁਹਾਡੇ ਨਾਲ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਜੇ ਕਿਸੇ ਨੂੰ ਕੋਈ ਗਲਤ ਸ਼ਬਦ ਲੱਗ ਗਿਆ ਹੋਵੇ ਜਾਂ ਕੋਈ ਕੱਲ ਗਲਤੀ ਹੋ ਗਈ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਇੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਅਰਬਾ ਖਰਬਾ ਤਰਨਾਮ ਦਲ ਦੇ ਸਿੰਘ ਸਾਹਿਬ ਬਾਬਾ ਚੜਤ ਸਿੰਘ ਜੀ, ਅਰਬਾ ਖਰਬਾ ਸ਼੍ਰੋਮਣੀ ਪੰਥ ਅਕਾਲੀ ਤਰਨਾਮ ਦਲ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਸ਼੍ਰੋਮਣੀ ਪੰਥ ਅਕਾਲੀ ਤਰਨਾਮ ਦਲ ਦੇ ਸਿੰਘ ਸਾਹਿਬ ਬਾਬਾ ਨਰੈਣ ਸਿੰਘ ਜੀ, ਪੰਥ ਅਕਾਲੀ ਤਰਨਾਮ ਦਲ ਦੇ ਸਿੰਘ ਸਾਹਿਬਾ ਗੁਰਸੇਵਕ ਸਿੰਘ ਜੀ, ਤਰਨਾਮ ਦਲ ਦੇ ਸਿੰਘ ਸਾਹਿਬ ਬਾਬਾ ਧੀਰਾ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾਮ ਦਲ ਮੜੀਆਂ ਵਾਲਿਆਂ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ, ਅਸੀਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਜਥੇਦਾਰ ਸੁਬੇਗ ਸਿੰਘ ਜੀ ਖੜੇ ਨੇ ਬੁੱਢਾ ਦਲ ਵੱਲੋਂ, ਸਾਰੇ ਅਸੀਂ ਕਿਸਾਨ ਮੋਰਚੇ ਦੇ ਨਾਲ ਹੈ। ਆ ਸਾਡੀਆਂ ਬੇਨਤੀਆਂ ਪ੍ਰਵਾਨ ਕਰ ਲਿਓ, ਆਰ ਪਾਰ ਪ੍ਰੋਗਰਾਮ ਰੱਦ ਚਾਹੀਦੇ ਨੇ, ਦਿੱਲੀ ਨੂੰ ਕੂਚ ਕਰੋ, ਤੁਹਾਡੇ ਨਾਲ ਹੈ। ਜੇ ਜਨਤਾ ਨੂੰ ਇਸੇ ਤਰ੍ਹਾਂ ਇੱਥੇ ਬਿਠਾਈ ਰੱਖਣਾ, ਫਿਰ ਜਨਤਾ ਜਾਣੇ, ਤੁਸੀਂ ਜਾਣੋ, ਸਵਾਲ ਜਵਾਬ ਕਰੋ। ਅਸੀਂ ਤਾਂ ਕਹਿੰਦੇ ਆ ਜਦੋਂ ਵੀ ਕਹਾਂਗੇ ਦਿੱਲੀ ਨੂੰ ਚਲੋ, ਦਿੱਲੀ ਫੜੋ, ਦਿੱਲੀ ਜਾ ਕੇ ਇਹ ਕੰਮ ਨਿਬੜਨਾ ਹੈ। ਅੱਜ ਚਲੇ ਜਾਇਓ, ਚਾਹੇ ਭਲਕੇ ਚਲੇ ਜਾਇਓ, ਇੱਥੇ ਤਾਂ ਮਰੀ ਜਾਣਾ, ਜਿਹਨੇ ਮਰਨਾ 600 ਤੋਂ ਉੱਤੇ ਮਰ ਗਿਆ, ਹੋਰ ਪਤਾ ਨਹੀਂ ਫਿਰ ਹੁਣ ਕਿਹਦੀ ਵਾਰੀ ਹੈ। ਇਹ ਹੁਣ ਤੁਸੀਂ ਦੇਖ ਲਓ ਵੀ ਉਧਰ ਨੂੰ ਜਾ ਕੇ ਮਰਨਾ ਜਾਂ ਇੱਥੇ ਬੈਠਿਆਂ ਨੇ ਮਰਨਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।